कश्मीर च पहली क्लास तो लैके PhD तक अंग्रेजी मीडियम है। कश्मीरी लैंग्वेज बिल्कुल ही खत्म कर दिते। लोगों की मातृ भाषा कश्मीरी है, तुसीं वो अलाउड नहीं करते। तुसीं कहने जाओ उर्दू पढ़ो या अंग्रेजी पढ़ो। मीडियम कंपलसरी है, ਤਾਂ ਹੀ ਫਿਰ ਭਾਈ ਨੌਲੇਜ ਵਾਲਾ ਅੱਗੇ ਆਊ तो हिंदुस्तान नंबर 1 ਬਣੂਗਾ ਨਾ ਜੀ। ਤੁਸੀਂ ਨੌਲੇਜ ਵਾਲੇ ਨੂੰ ਅੱਗੇ ਆਣੀ ਕਰ ਦਿਓਗੇ। ਵਿਦੇਸ਼ਾਂ ਦੀ ਵੀ ਇਹੀ ਸਾਜ਼ਿਸ਼ ਆ। जिन्ने लोग ये तमाशा करते भी साइंस पंजाबी या तमिल च या कश्मीरी च या मलयालम च नहीं पढ़ा सकते, मैनू पूरा डाउट है भी उन्होंने जो सीखा ना वो डाइजैसट नहीं होया, छाती ते बैठा खट्टे डकार आ रहे। जोड़ा बंदा समझ सबजैक्ट में समझ गया चंगी तरह, वो तो पंजाबी समझा दूगा, जे कन्नड़ है तो कन्नड़ च समझा दूगा। ये बहुत बड़ा फ्रॉड है। लेकिन देखो थोड़ा सवाल बड़ा सिंपल सीगा, लेकिन ये बहुत बड़ा षडयंत्र है। इस षडयंत्र ਨੂੰ ਲੜਨ ਲਈ ਸਾਰੇ ਹਿੰਦੁਸਤਾਨ ਵਾਲੇ ਨੂੰ ਇਕੱਠੇ ਹੋਣਾ। ਇਟ ਇਜ਼ ਨਾਟ ਕੁਐਸਚਨ ਆਫ ਪੰਜਾਬੀ ਔਰ ਕਸ਼ਮੀਰੀ ਔਰ ਮਲਿਆਲਮ, ਇਹ ਪੂਰੀ। ਲੇਕਿਨ ਜਿਹੜੇ ਚਾਹੁੰਦੇ ਵੀ ਹਿੰਦੁਸਤਾਨ ਅੱਗੇ ਨਾ ਵਧੇ, ਉਹ ਇਹ ਘੇਰਾਬੰਦੀ ਕਰ ਰਹੇ। ਇਹ ਤਾਂ ਜੀ ਪੰਜਾਬੀ ਦਾ ਸਵਾਲ ਹੈ, ਇਹ ਮਲਿਆਲਮ ਦਾ ਸਵਾਲ ਹੈ, ਤਮਿਲ ਦਾ ਸਵਾਲ ਹੈ। ਉਹ ਫਿਰ ਕਾਮਯਾਬ ਇਸੇ ਕਰਕੇ ਹਿੰਦੁਸਤਾਨ ਅੱਗੇ ਨਹੀਂ ਵੱਧ ਗਿਆ। ਇਹ ਜਿਹੜੀ ਲੈਂਗੁਏਜ ਦੀ ਗੱਲ ਹੈ ਨਾ ਜੀ, ਇਹ ਮੈਂ ਜ਼ਰੂਰ ਇਸ ਗੱਲ ਨੂੰ ਮੰਨਦਾ, ਲੇਕਿਨ ਮੈਂ ਕੋਰਿਲੇਟ ਕਰਦਾ ਇੰਡੀਅਨ ਲੈਂਗੁਏਜ ਨੂੰ ਪਿੱਛੇ ਰੱਖਣ ਦੀ ਬਹੁਤ ਵੱਡੀ ਸਾਜ਼ਿਸ਼ ਹੈ। 70-80% ਤੁਹਾਨੂੰ ਐਸੇ ਕੇਸ ਮਿਲ ਜਾਓਗੇ ਬਈ IAS ਦਾ ਬੇਟਾ IAS ਜੱਜ ਦਾ। ਉਹਦਾ ਕਾਰਨ ਕੀ ਹੈ ਭਾਈ? ਉਹਨਾਂ ਨੇ ਸਿਸਟਮ ਤੇ ਕਬਜ਼ਾ ਕਰ ਲਿਆ ਔਰ ਸਿਸਟਮ ਅੰਗਰੇਜ਼ੀ ਨਾਲ ਚੱਲਦਾ। ਤਮਿਲਨਾਡੂ 'ਚ DMK ਦੀ ਗੌਰਮੈਂਟ ਆਈ ਇਸੇ ਇਸ਼ੂ ਤੇ ਵੀ ਅਸੀਂ ਤਮਿਲ ਲਾਗੂ ਕਰਾਂਗੇ, ਲੇਕਿਨ ਅੱਜ ਵੀ ਉੱਥੇ ਸਾਰਾ ਕੰਮ ਅੰਗਰੇਜ਼ੀ ਚੱਲਦਾ। ਔਰ ਸਾਡੇ ਪੰਜਾਬ 'ਚ ਮੇਰੇ ਖਿਆਲ 'ਚ ਅਕਾਲੀਆਂ ਦੀ ਸਰਕਾਰ ਨੂੰ 15-20 ਸਾਲ ਤੋਂ ਹੋਏ ਗਏ ਹੋਣੇ, ਕੁਝ ਚਿਰ ਪਹਿਲਾਂ ਵੀ ਰਹੇ ਫਿਰ ਰਹੇ, ਔਰ ਅੱਜ ਵੀ ਕੰਮ ਸਾਰਾ ਜਿਹੜਾ ਵੱਡਾ ਕੰਮ ਹੈ ਉਹ ਅੰਗਰੇਜ਼ੀ 'ਚ ਚੱਲਦਾ। ਲੇਕਿਨ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਵੀ ਪੰਜਾਬ 'ਚ ਅੰਗਰੇਜ਼ੀ ਦਾ ਗਲਬਾ ਬਣਿਆ ਰਿਹਾ, ਤਮਿਲਨਾਡੂ 'ਚ ਅੰਗਰੇਜ਼ੀ ਦਾ ਗਲਬਾ ਬਣਿਆ ਰਿਹਾ, ਸਾਰੀਆਂ ਸਟੇਟਾਂ 'ਚ ਪ੍ਰੈਕਟੀਕਲੀ ਅੰਗਰੇਜ਼ੀ ਦਾ ਗਲਬਾ ਬਣਿਆ ਰਿਹਾ। ਕੁਝ ਲੋਕਾਂ ਨੇ ਤਾਂ ਇਹੀ ਕਹਿਣਾ ਸ਼ੁਰੂ ਕਰ ਦਿੱਤਾ ਬਈ ਭਾਰਤੀ ਭਾਸ਼ਾਵਾਂ ਦੀ ਲੋੜ ਨਹੀਂ ਜੀ, ਸਮਾਂ ਭਾਰਤੀ ਭਾਸ਼ਾ ਯੂਜ਼ ਕੀਤੀਆਂ ਦੇਸ਼ 'ਚ ਫੁੱਟ ਪੈ ਜਾਊਗੀ। ਅੰਗਰੇਜ਼ੀ ਦੇਸ਼ ਨੂੰ ਜੋੜਨ ਦਾ ਕੰਮ ਕਰਦੀ ਹੈ। ਤੇ ਉਹ ਚਾਹੁੰਦੇ ਆ ਕਿ ਉੱਪਰਲੀ ਜਿਹੜੀ ਇੱਕ ਬਿਊਰੋਕ੍ਰੇਸੀ ਆ ਜਾਂ ਉੱਪਰਲੀ ਇੱਕ ਐਲੀਟ ਕਲਾਸ ਹੈਗੀ, ਉਹ ਅੰਗਰੇਜ਼ੀ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਉਂਦੀ ਰਹੇ। ਮੈਂ ਮਤਲਬ ਪੰਜਾਬ ਦਾ ਮੰਨ ਲਓ ਵਾਸੀ ਹਾਂ ਜਾਂ ਤਮਿਲਨਾਡੂ ਦਾ ਵਾਸੀ ਹਾਂ, ਕਿਸੇ ਸਟੇਟ ਦੇ ਮੰਨ ਲਓ, ਮੈਂ ਆਪਣੀ ਭਾਸ਼ਾ ਵਿੱਚ PhD ਨਹੀਂ ਕਰ ਸਕਦਾ। ਮੈਂ ਫਿਜ਼ਿਕਸ ਵਿੱਚ PhD ਕਰਨਾ ਚਾਹੁੰਦਾ ਤਾਂ ਮੈਨੂੰ ਤਾਂ ਅੰਗਰੇਜ਼ੀ 'ਚ ਕਰਨੀ ਪਊਗੀ। ਬਦਕਿਸਮਤੀ ਦੀ ਗੱਲ ਹੈ, ਜਦ ਮੈਂ ਕਿਸੇ ਬੰਦੇ ਨੂੰ ਅੰਗਰੇਜ਼ੀ ਬੋਲਦਾ ਦੇਖਦਾ ਮੈਨੂੰ ਸ਼ੱਕ ਹੋ ਜਾਂਦੀ ਹੈ ਵਿਦਵਾਨ ਹੈ, ਜਦ ਕਿ ਉਹਦਾ ਵਿਦਵਤਾ ਨਾਲ ਕੋਈ ਤਾਲੁਕ ਨਹੀਂ ਹੁੰਦਾ, ਉਹਦੀ ਪ੍ਰੈਕਟਿਸ ਹੈ। ਜਿਹੜੇ 90 ਲਾਸ਼ਾਂ ਸੀ ਰਸਤੇ ਸਿੱਟ ਦਿੱਤੀਆਂ, ਉਹ ਲਾਸ਼ਾਂ ਕਿਸ ਕਰਕੇ ਬਣੀਆਂ? ਵੀ ਉਹਨਾਂ ਕੋਲ ਅੰਗਰੇਜ਼ੀ ਕਰਨ ਦੀ ਪ੍ਰੈਕਟਿਸ ਨਹੀਂ ਸੀਗੀ। ਨੌਲੇਜ ਉਹਨਾਂ ਕੋਲ ਸੀਗੀ, ਲੇਕਿਨ ਉਹ ਅੰਗਰੇਜ਼ੀ ਨਹੀਂ ਸੀਗੀ। TV ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਭਾਸ਼ਾ ਇੱਕ ਅਜਿਹੀ ਕੜੀ ਹੈਗੀ ਹੈ ਜਿਹੜੀ ਲੋਕਾਂ ਨੂੰ ਜੋੜ ਵੀ ਸਕਦੀ ਹੈ ਤੇ ਲੋਕਾਂ ਨੂੰ ਤੋੜ ਵੀ ਸਕਦੀ ਹੈ। ਬਹੁਤ ਸਾਰੇ ਲੋਕ ਭਾਸ਼ਾ ਪ੍ਰਤੀ ਆਪਣਾ ਪਿਆਰ ਜਿਹੜਾ ਸਮੇਂ-ਸਮੇਂ ਤੇ ਜਤਾਉਂਦੇ ਰਹਿੰਦੇ ਨੇ, ਨਾਲ ਦੀ ਨਾਲ ਕੋਸ਼ਿਸ਼ਾਂ ਵੀ ਕਰਦੇ ਰਹਿੰਦੇ ਨੇ। ਕੋਸ਼ਿਸ਼ਾਂ ਇਸ ਤਰੀਕੇ ਨਾਲ ਨਹੀਂ ਕਿ ਸਿਰਫ ਆਪਣੀ ਮਾਤ ਭਾਸ਼ਾ ਦੇ ਨਾਲ ਬਾਕੀ ਭਾਸ਼ਾਵਾਂ ਦੇ ਨਾਲ ਪਿਆਰ ਕਰਨਾ ਜਾਂ ਉਹਨਾਂ ਦੀ ਇੱਜ਼ਤ ਕਰਨੀ ਉਨੀ ਹੀ ਲਾਜ਼ਮੀ ਹੁੰਦੀ ਹੈ। ਅੱਜ ਅਸੀਂ ਗੱਲਬਾਤ ਕਰਨੀ ਹੈ ਕੁਲਦੀਪ ਚੰਦ ਅਗਨੀਹੋਤਰੀ ਜੀ, ਸਾਬਕਾ ਵਾਈਸ ਚਾਂਸਲਰ ਨੇ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਦੇ। ਤਾਂ ਉਹਨਾਂ ਨਾਲ ਗੱਲਬਾਤ ਕਰਕੇ ਸਮਝਣੀ ਹੈ ਕਿ ਇਹ ਭਾਸ਼ਾ ਦੀ ਅਹਿਮੀਅਤ ਕਿਸ ਤਰੀਕੇ ਨਾਲ ਦੇਖੀ ਜਾਵੇ, ਭਾਸ਼ਾ ਦੇ ਗੁਲਦਸਤੇ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈਗਾ, ਕਿਉਂਕਿ ਅੱਜ ਕੱਲ੍ਹ ਇੱਕ ਵੱਖਰੇ ਤਰੀਕੇ ਦੀ ਆਵਾਜ਼ ਵੀ ਚੱਲ ਰਹੀ ਹੈ ਪੂਰੇ ਦੇਸ਼ ਭਰ ਦੇ ਵਿੱਚ, ਇੱਕ ਭਾਸ਼ਾ ਇੱਕ ਦੇਸ਼। ਤਾਂ ਇਹ ਜਿਹੜੀ ਆਵਾਜ਼ ਦੀ ਗੱਲ ਹੋ ਰਹੀ ਹੈ, ਲੱਗਦਾ ਕਿ ਇਹਦੇ ਵਿੱਚੋਂ ਚਿੰਤਾ ਤੇ ਚਿੰਤਨ ਕਰਨ ਦੀ ਜ਼ਰੂਰਤ ਹੈਗੀ। ਗੱਲਬਾਤ ਕਰਨੀ ਹੈ ਸਰ। ਸਭ ਤੋਂ ਪਹਿਲਾਂ ਸਵਾਗਤ ਤੁਹਾਡਾ। ਤੇ ਜਿਹੜੀ ਇਹ ਇੱਕ ਸੋਚ ਹੈਗੀ ਸਰ ਕਿ ਅਲੱਗ ਭਾਸ਼ਾਵਾਂ ਦੇ ਵਿੱਚੋਂ ਇੱਕ ਭਾਸ਼ਾ ਇੱਕ ਦੇਸ਼ ਦੀ ਗੱਲ ਚੱਲਦੀ ਰਹਿੰਦੀ ਹੈ, ਲੱਗਦਾ ਕਿ ਇਹ ਚਿੰਤਾ ਦੀ ਗੱਲ ਹੈ ਇੱਥੇ? ਜਿੱਦਾਂ ਅਸੀਂ ਜਿਸ ਮਾਹੌਲ ਦੇ ਵਿੱਚ ਵਿਚਰ ਰਹੇ ਹਾਂ, ਬਹੁਤ ਸਾਰੀਆਂ ਚਿੰਤਾਵਾਂ ਨਿਕਲ ਰਹੀਆਂ ਨੇ। ਦੇਖੋ, ਦੋ ਗੱਲਾਂ। ਸਾਡੇ ਮੁਲਕ ਦੀ ਸਭ ਤੋਂ ਵੱਡੀ ਸਮੱਸਿਆ ਇਹ ਆ ਬਈ ਜਿਹੜੀਆਂ ਭਾਰਤੀ ਭਾਸ਼ਾਵਾਂ ਆ ਉਹਨਾਂ ਦਾ ਭਾਰਤ ਵਿੱਚ ਕਿਆ ਰੋਲ ਹੋਵੇ। ਕਿਉਂਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ, ਅੰਗਰੇਜ਼ਾਂ ਵੇਲੇ ਤਾਂ ਮੰਨਿਆ ਜਾਂਦਾ ਸੀਗਾ ਵੀ ਬਾਹਰਲੇ ਰਾਜ ਕਰ ਰਹੇ ਆ, ਉਹ ਆਪਣੀ ਭਾਸ਼ਾ ਥੋਪੂਗੇ। ਇਸ ਕਰਕੇ ਭਾਰਤੀ ਭਾਸ਼ਾ ਸਾਰੀਆਂ ਜਿਹੜੀਆਂ ਹੈ ਉਹ ਖੁੱਡੇ ਲਾਤੀਆਂ ਗਈਆਂ ਸੀਗੀਆਂ ਅੰਗਰੇਜ਼ਾਂ ਤੋਂ ਪਹਿਲਾਂ, ਕਿਉਂਕਿ ਅਰਬਾਂ ਔਰ ਤੁਰਕਾਂ ਦਾ ਰਾਜ ਸੀਗਾ। ਇਸ ਕਰਕੇ ਅਰਬੀ ਫਾਰਸੀ ਚੱਲਦੀ ਸੀਗੀ। ਜਿਹੜੀ ਮਤਲਬ ਬਾਹਰਲੀ ਗੌਰਮੈਂਟ ਰਾਜ ਕਰਦੀ ਹੈ ਤਾਂ ਨੈਚੁਰਲੀ ਆਪਣੀ ਭਾਸ਼ਾ ਥੋਪੂਗੀ ਔਰ ਦੇਸ਼ ਦੀਆਂ ਭਾਸ਼ਾ ਸਾਰੀਆਂ ਖੁੱਡੇ ਲੈਣ ਲੱਗੂਗੀਆਂ। ਫਿਰ ਚਾਹੇ ਪੰਜਾਬ 'ਚ ਪੰਜਾਬੀ ਸੀਗੀ ਔਰ ਸੀਮਾਂਤ ਪ੍ਰਦੇਸ਼ 'ਚ ਪਸ਼ਤੂਨ ਸੀਗੀ, ਬਲੋਚ 'ਚ ਬਲੋਚੀ ਸੀਗੀ, ਬੰਗਾਲ 'ਚ ਬੰਗਾਲੀ ਸੀਗੀ, ਉਹ ਸਾਰੀਆਂ ਭਾਸ਼ਾ ਲਗਭਗ ਸਾਈਡ 'ਤੇ ਚਲੇ ਗਈਆਂ। ਜਿਸ ਵੇਲੇ ਭਾਰਤ ਆਜ਼ਾਦ ਹੋ ਗਿਆ ਉਸ ਵੇਲੇ ਮੰਨਿਆ ਜਾ ਰਿਹਾ ਸੀਗਾ ਵੀ ਹੁਣ ਅੰਗਰੇਜ਼ੀ ਦਾ ਗਲਬਾ ਜਿਹੜਾ ਹੈ ਉਹ ਖਤਮ ਹੋ ਜਾਊਗਾ ਔਰ ਭਾਰਤੀ ਭਾਸ਼ਾ ਫਿਰ ਪ੍ਰਫੁੱਲਤ ਹੋਊਗੀਆਂ।
ਕਿਉਂਕਿ ਜਿਹੜੇ ਭਾਸ਼ਾ ਵਿਗਿਆਨੀ ਆ ਉਹ ਇੱਕ ਗੱਲ ਤਾਂ ਮੰਨਦੇ ਹੀ ਨਾ ਜੀ, ਵੀ ਸਾਰੀਆਂ ਭਾਰਤੀ ਭਾਸ਼ਾਵਾਂ ਦਾ ਮੂਲ ਲਗਭਗ ਇੱਕੋ ਹੀ ਹੈ। ਔਰ ਜੇ ਤੁਸੀਂ ਥੋੜਾ ਹੋਰ ਭਾਸ਼ਾ ਵਿਗਿਆਨ 'ਚ ਗਹਿਰੇ ਜਾਓ ਤਾਂ ਇੰਡੋ ਯੂਰੋਪੀਅਨ ਲੈਂਗੁਏਜ ਕਿਹਾ ਜਾਂਦਾ। ਯੂਰੋਪ ਦੀਆਂ ਤਾਂ ਹਿੰਦੁਸਤਾਨ ਦੀਆਂ ਜਿਹੜੀਆਂ ਭਾਸ਼ਾ ਉਹਨਾਂ ਦਾ ਵੀ ਮੂਲ ਲਗਭਗ ਇੱਕੋ ਹੀ ਹੈ। ਇਸ ਕਰਕੇ ਲਿੰਗੁਇਸਟਿਕਸ ਜਿਹੜੇ ਹੈ ਇਹਨਾਂ ਦੋਹਾਂ ਨੂੰ ਰਲਾ ਕੇ ਇੰਡੋ ਯੂਰੋਪੀਅਨ ਲੈਂਗੁਏਜ ਕਹਿੰਦੇ ਆ। ਅੱਛਾ, ਲੇਕਿਨ ਚਲੋ ਯੂਰੋਪ ਦਾ ਹੌਲੀ ਹੌਲੀ ਅਲੱਗ ਹੋਣ ਲੱਗ ਪਿਆ, ਤਾਂ ਹਿੰਦੁਸਤਾਨ ਦੀ ਜਿਹੜੀ ਭਾਸ਼ਾ ਹੈ ਉਹਨਾਂ ਦਾ ਮੂਲ ਤਾਂ ਮੋਟੇ ਤੌਰ ਤੇ ਇੱਕੋ ਹੀ ਆ। ਲੇਕਿਨ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਵੀ ਪੰਜਾਬ 'ਚ ਅੰਗਰੇਜ਼ੀ ਦਾ ਗਲਬਾ ਬਣਿਆ ਰਿਹਾ, ਤਮਿਲਨਾਡੂ 'ਚ ਅੰਗਰੇਜ਼ੀ ਦਾ ਗਲਬਾ ਬਣਿਆ ਰਿਹਾ, ਸਾਰੀਆਂ ਸਟੇਟਾਂ 'ਚ ਪ੍ਰੈਕਟੀਕਲੀ ਅੰਗਰੇਜ਼ੀ ਦਾ ਗਲਬਾ ਬਣਿਆ ਰਿਹਾ। ਕੁਝ ਲੋਕਾਂ ਨੇ ਤਾਂ ਇਹੀ ਕਹਿਣਾ ਸ਼ੁਰੂ ਕਰ ਦਿੱਤਾ ਬਈ ਭਾਰਤੀ ਭਾਸ਼ਾਵਾਂ ਦੀ ਲੋੜ ਨਹੀਂ ਜੀ, ਸਮਾਂ ਭਾਰਤੀ ਭਾਸ਼ਾ ਯੂਜ਼ ਕੀਤੀਆਂ ਦੇਸ਼ 'ਚ ਫੁੱਟ ਪੈ ਜਾਊਗੀ। ਅੰਗਰੇਜ਼ੀ ਦੇਸ਼ ਨੂੰ ਜੋੜਨ ਦਾ ਕੰਮ ਕਰਦੀ ਹੈ। ਇੱਥੋਂ ਵੀ ਇੱਕ ਬੰਦਾ ਪੰਜਾਬ 'ਚ ਉੱਠ ਕੇ ਤਮਿਲਨਾਡੂ ਜਾਂਦਾ ਉਹ ਵੀ ਅੰਗਰੇਜ਼ੀ 'ਚ ਗੱਲ ਕਰ ਸਕਦਾ, ਇਸ ਕਰਕੇ ਅੰਗਰੇਜ਼ੀ ਜੋੜਦੀ ਹੈ। ਇਹ ਜਿਹੜਾ ਮਿੱਥ ਫੈਲਿਆ, ਇਸ ਮਿੱਥ ਨੇ ਸਭ ਤੋਂ ਜ਼ਿਆਦਾ ਨੁਕਸਾਨ ਭਾਰਤੀ ਭਾਸ਼ਾਵਾਂ ਨੂੰ ਕੀਤਾ, ਕਿਉਂਕਿ ਜਿਹੜਾ ਜੋੜਨ ਦੀ ਗੱਲ ਇਹ ਕਹਿੰਦੇ ਉਹ ਉੱਪਰਲੇ 2% ਬੰਦਿਆਂ ਨੂੰ ਜੋੜਨ ਦੀ ਗੱਲ ਕਰਦੇ ਸੀਗੇ। ਬਾਈ ਜਿਹੜੇ ਅਰਿਸਟੋਕਰੈਟ ਹੈ, ਬਿਊਰੋਕਰੇਸੀ ਹੈ, ਉਹ ਆਪਸ ਵਿੱਚ ਪੰਜਾਬ ਦਾ ਅਰਿਸਟੋਕਰੈਟ ਤਮਿਲਨਾਡੂ ਦੇ ਅਰਿਸਟੋਕਰੈਟ ਨਾਲ ਗੱਲ ਕਰਦਾ ਅੰਗਰੇਜ਼ੀ 'ਚ ਕਰਦਾ। ਜਿਹੜੀਆਂ 98% ਥੱਲੇ ਹਿੰਦੁਸਤਾਨੀ ਆ ਉਹਨਾਂ ਨੂੰ ਜੋੜਨ ਦਾ ਕੰਮ ਤਾਂ ਅੰਗਰੇਜ਼ੀ ਨਹੀਂ ਕਰਦੇ। ਔਰ ਬਦਕਿਸਮਤੀ ਨਾਲ ਉਹਨਾਂ ਉੱਤੇ ਸਾਰਿਆਂ ਤੇ ਜ਼ਬਰਦਸਤੀ ਅੰਗਰੇਜ਼ੀ ਥੋਪੀ ਗਈ। ਤਮਿਲਨਾਡੂ 'ਚ ਵੀ ਅੰਗਰੇਜ਼ੀ ਥੋਪੀ ਗਈ, ਪੰਜਾਬ 'ਚ ਵੀ ਅੰਗਰੇਜ਼ੀ ਥੋਪੀ ਗਈ। ਕਈ ਵਾਰ ਲੋਕ ਕਹਿੰਦੇ ਦੇਖੋ ਡਾਕਟਰ ਸਾਹਿਬ ਤੁਸੀਂ ਅਜੀਬ ਗੱਲ ਕਰੀ ਜਾਂਦੇ, ਜੇ ਅੰਗਰੇਜ਼ੀ ਨੂੰ ਹਟਾਤਾ ਜਾਵੇ ਤਾਂ ਹਿੰਦੁਸਤਾਨ ਫਿਰ ਇੱਕ ਦੂਜੇ ਨਾਲ ਗੱਲ ਕਿੱਦਾਂ ਕਰੂਗਾ। ਮੇਰਾ ਇੱਕ ਬੜਾ ਜੈਨੂਨ ਜਿਗਿਆਸਾ ਹੈ। ਅੱਜ ਤੋਂ ਲਗਭਗ ਅੱਜ 2022 ਹੈ ਤਾਂ ਸਮਝ ਲਓ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਸ਼ੁਰੂ ਹੋਈਆਂ ਸੀਗੀਆਂ ਸੁਲਤਾਨਪੁਰ ਲੋਧੀ ਤੋਂ, ਇਹ 1500 ਦੇ ਨੇੜੇ ਦੀ ਗੱਲ ਹੈ। ਅੱਜ ਮਤਲਬ 550 ਸਾਲ ਪਹਿਲਾਂ ਦੀ ਗੱਲ ਹੈ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਗੁਰੂ ਨਾਨਕ ਦੇਵ ਜੀ ਤਾਂ ਚੱਲੇ ਸੁਲਤਾਨਪੁਰ ਲੋਧੀ ਤੋਂ ਔਰ ਚਲਦੇ ਚਲਦੇ ਪਹੁੰਚੇ ਕਿੱਥੇ? ਰਾਮੇਸ਼ਵਰਮ। ਔਰ ਰਸਤੇ 'ਚ ਕਿੱਥੇ ਕਿੱਥੇ ਯੂਪੀ, ਬਿਹਾਰ, ਬੰਗਾਲ, ਅਸਾਮ, ਮਤਲਬ ਲਗਭਗ ਸਾਰਾ ਹਿੰਦੁਸਤਾਨ ਹੈ। ਔਰ ਆਖਰ ਉਹ ਕੋਈ ਇਹ ਤਾਂ ਨਹੀਂ ਵੀ ਬਸ ਪੈਦਲ ਤੁਰੇ ਜਾਂਦੇ ਸੀ, ਕਿਸੇ ਨਾਲ ਗੱਲ ਨਹੀਂ ਕਰਦੇ ਸੀਗੇ। ਆਖਰ ਦੇਸ਼ 'ਚ ਲੋਕਾਂ ਨੇ ਜਿੱਥੇ ਜਾਂਦੇ ਸੀਗੇ 10-15 ਦਿਨ ਠਹਿਰਦੇ ਹੋਣੇ, ਕਥਾ ਕੀਰਤਨ ਕਰਦੇ ਹੋਣੇ, ਲੋਕਾਂ ਨਾਲ ਸੰਗਤ ਮਤਲਬ ਜੋ ਵੀ ਆਪਸ ਵਿੱਚ ਇੱਕ ਦੂਜੇ ਨੂੰ ਸਮਝਾਉਣਾ, ਸੰਵਾਦ ਜਿਹਨੂੰ ਅਸੀਂ ਕਹਿ ਸਕਦੇ। ਰਾਮੇਸ਼ਵਰਮ 'ਚ ਜਾ ਕੇ ਉਹ ਕਿਹੜੀ ਭਾਸ਼ਾ ਸੰਵਾਦ ਕਰਦੇ ਸੀਗੇ? ਕਿਉਂਕਿ ਮੈਂ ਇਹ ਤਾਂ ਮੰਨਣ ਨੂੰ ਤਿਆਰ ਨਹੀਂ ਵੀ ਗੁਰੂ ਨਾਨਕ ਦੇਵ ਜੀ ਨੂੰ ਤਮਿਲ ਆਉਂਦੀ ਸੀਗੇ ਜਾਂ ਤਮਿਲੀਅਨਸ ਨੂੰ ਪੰਜਾਬੀ ਆਉਂਦੀ ਸੀਗੇ। ਦੇਖੋ ਇਸ ਦੇਸ਼ 'ਚ ਜਿਹੜੀ ਭਾਸ਼ਾ ਦੀ ਯਾਤਰਾ ਹੈ, ਜੇ ਤਾਂ ਉਹ ਕੀਤੀ ਜਾਵੇ ਪੈਦਲ ਫਿਰ ਤਾਂ ਹਰ ਬੰਦਾ ਭਾਸ਼ਾ ਸਮਝ ਜਾਂਦਾ। ਜੇ ਕੀਤੀ ਜਾਵੇ ਜਹਾਜ਼ ਰਾਹੀਂ, ਫਿਰ ਮੈਂ ਇੱਥੋਂ ਜਹਾਜ਼ ਫੜਿਆ ਔਰ ਸਿੱਧਾ ਤਮਿਲਨਾਡੂ ਉਤਰ ਗਿਆ ਜਾ ਕੇ, ਫਿਰ ਤਾਂ ਮੈਂ ਉੱਥੇ ਦੀ ਭਾਸ਼ਾ ਨਹੀਂ ਸਮਝੂੰਗਾ। ਗੁਰੂ ਨਾਨਕ ਦੇਵ ਨੇ ਕੀਤੀ ਪੈਦਲ ਯਾਤਰਾ। ਪੈਦਲ ਯਾਤਰਾ ਜਿੱਦਾਂ ਤੁਸੀਂ ਕਰੋਗੇ 10-10, 15-15 ਕਿਲੋਮੀਟਰ ਦੇ 4 ਅੱਖਰ ਨਵੀਂ ਭਾਸ਼ਾ ਦੇ ਸਿੱਖਦੇ ਜਾਓਗੇ, ਫਿਰ ਡਾਇਲੌਗ ਹੋ ਜਾਂਦਾ। ਇਸ ਕਰਕੇ ਅੱਜ ਜ਼ਰੂਰਤ ਆ ਵੀ ਹਿੰਦੁਸਤਾਨੀ ਭਾਸ਼ਾ ਵਿੱਚ ਡਾਇਲੌਗ ਕੀਤਾ ਜਾਵੇ। ਲੇਕਿਨ ਬਦਕਿਸਮਤੀ ਨਾਲ ਅੰਗਰੇਜ਼ਾਂ ਦੇ ਜਾਣ ਤੋਂ 75 ਸਾਲ ਬਾਅਦ ਵੀ ਡਾਇਲੌਗ ਦੀਆਂ ਭਾਸ਼ਾ, ਹਿੰਦੁਸਤਾਨੀ ਭਾਸ਼ਾ ਡਾਇਲੌਗ ਦੀਆਂ ਭਾਸ਼ਾ ਨਹੀਂ ਬਣ ਸਕੀਆਂ। ਬੜੀ ਅਹਿਮ ਚੀਜ਼ ਤੁਸੀਂ ਛੇੜੀ, ਕਿਉਂਕਿ 75 ਸਾਲ ਹੋ ਗਏ ਆਜ਼ਾਦੀ ਨੂੰ ਤੇ ਹਾਂਜੀ, ਤੇ ਉਸ ਤੋਂ ਬਾਅਦ ਵੀ ਸਾਡੀਆਂ ਜਿੰਨੀਆਂ ਵੀ ਅਸੀਂ ਕਹਿ ਲਈਏ ਵੀ ਜਿੰਨੇ ਵੀ ਅਦਾਲਤਾਂ ਹੋ ਗਈਆਂ ਜਾਂ ਸਾਰੀਆਂ ਚੀਜ਼ਾਂ ਅੰਗਰੇਜ਼ੀ ਦੇ ਵਿੱਚ ਹੋ ਰਹੀਆਂ। ਅਸੀਂ ਚੰਡੀਗੜ੍ਹ ਦੇ ਵਿੱਚ ਬੈਠੇ ਹਾਂ, ਚੰਡੀਗੜ੍ਹ ਦੇ ਵਿੱਚ ਵੀ ਦਫ਼ਤਰੀ ਭਾਸ਼ਾ ਪੰਜਾਬੀ ਕਰਵਾਉਣ ਦੇ ਵਿੱਚ ਹਲੇ ਵੀ ਸੰਘਰਸ਼ ਚੱਲ ਰਿਹਾ ਹੈਗਾ। ਲੱਗਦਾ ਕਿ ਇਹ ਸਰਕਾਰਾਂ ਵੀ ਨਹੀਂ ਚਾਹੁੰਦੀਆਂ ਕਿ ਡਾਇਲੌਗ ਹੋਵੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ, ਤੇ ਉਹ ਚਾਹੁੰਦੇ ਆ ਕਿ ਉੱਪਰਲੀ ਜਿਹੜੀ ਇੱਕ ਬਿਊਰੋਕ੍ਰੇਸੀ ਆ ਜਾਂ ਉੱਪਰਲੀ ਇੱਕ ਐਲੀਟ ਕਲਾਸ ਹੈਗੀ ਅੰਗਰੇਜ਼ੀ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਉਂਦੀ ਰਹੇ। ਦੇਖੋ ਦੋ ਗੱਲਾਂ ਸਾਡੇ ਅੱਜ ਵੀ ਮਤਲਬ ਅੱਜ 2022 ਹੋ ਗਏ, ਤੁਸੀਂ ਯੂਨੀਵਰਸਿਟੀਆਂ ਚੱਲ ਜਾਓ, ਤੁਸੀਂ ਹਾਇਰ ਐਜੂਕੇਸ਼ਨ ਲੈਣੀ ਆ ਤਾਂ ਤੁਹਾਨੂੰ ਮੀਡੀਅਮ ਅੰਗਰੇਜ਼ੀ ਰੱਖਣਾ ਪੈਂਦਾ। ਮੈਂ ਮਤਲਬ ਪੰਜਾਬ ਦਾ ਮੰਨ ਲਓ ਵਾਸੀ ਹਾਂ ਜਾਂ ਤਮਿਲਨਾਡੂ ਦਾ ਵਾਸੀ ਹਾਂ, ਕਿਸੇ ਸਟੇਟ ਦੇ ਮੰਨ ਲਓ, ਮੈਂ ਆਪਣੀ ਭਾਸ਼ਾ ਵਿੱਚ PhD ਨਹੀਂ ਕਰ ਸਕਦਾ। ਮੈਂ ਫਿਜ਼ਿਕਸ ਵਿੱਚ PhD ਕਰਨਾ ਚਾਹੁੰਦਾ ਤਾਂ ਮੈਨੂੰ ਤਾਂ ਅੰਗਰੇਜ਼ੀ 'ਚ ਕਰਨੀ ਪਊਗੀ। ਮੈਂ ਹਿਸਟਰੀ 'ਚ PhD ਕਰਨਾ ਚਾਹੁੰਦਾ ਤਾਂ ਮੈਨੂੰ ਅੰਗਰੇਜ਼ੀ 'ਚ ਕਰਨੀ ਪਊਗੀ। ਅੱਛਾ, ਜਿਸ ਵੇਲੇ ਬਾਈ ਸਾਡੇ ਪਿੰਡਾਂ ਦੇ 90% 80% ਪਾਪੂਲੇਸ਼ਨ ਤਾਂ ਪਿੰਡਾਂ ਦੀ ਨਾ ਜੀ, ਦੂਸਰੀ ਭਾਸ਼ਾ ਸਿੱਖਣ ਲਈ ਅਕਲ ਦੀ ਜ਼ਰੂਰਤ ਹੁੰਦੀ, ਪ੍ਰੈਕਟਿਸ ਦੀ ਜ਼ਰੂਰਤ ਹੁੰਦੀ। ਦੇਖੋ ਇੱਕ ਗੱਲ ਸਾਨੂੰ ਧਿਆਨ ਰੱਖਣੀ ਚਾਹੀਦੀ, ਬਹੁਤ ਲੋਕ ਇਹ ਮੰਨਦੇ ਵੀ ਕੋਈ ਲੈਂਗੁਏਜ ਸਿੱਖਣ ਲਈ ਦਿਮਾਗ ਚਾਹੀਦਾ। ਦਿਮਾਗ ਨਹੀਂ ਚਾਹੀਦਾ, ਲੈਂਗੁਏਜ ਸਿੱਖਣ ਲਈ ਪ੍ਰੈਕਟਿਸ ਚਾਹੀਦੀ। ਜਿਹੜਾ ਨਿਆਣਾ ਜੰਮਦਾ ਉਹਨੂੰ ਪੰਜਾਬੀ ਸਿੱਖਣ ਲਈ ਕੋਈ ਦਿਮਾਗ ਚਾਹੀਦਾ? ਉਹ ਤਾਂ ਪ੍ਰੈਕਟਿਸ ਹੈ, ਘਰ 'ਚੋਂ ਜਿਹੜੀ ਸਿੱਖੀ ਆਪਣੇ ਆਪ ਸਿੱਖ ਲਈ। ਅੰਗਰੇਜ਼ੀ ਸਿੱਖਣੀ ਤਾਂ ਪ੍ਰੈਕਟਿਸ ਚਾਹੀਦੀ। ਮੰਨ ਲਓ ਤੁਸੀਂ ਮੈਂ 6 ਸਾਲ ਇੰਗਲੈਂਡ 'ਚ ਜਾ ਕੇ ਰਹਿ ਲਵਾਂ, ਉਸ ਇਲਾਕੇ 'ਚ ਰਹਿ ਲਵਾਂ ਜਿੱਥੇ ਪੰਜਾਬੀ ਦਾ ਕੋਈ ਅੱਖਰ ਨਹੀਂ ਜਾਣਦਾ, 6 ਸਾਲ ਗਿਆ ਮੈਨੂੰ ਸਾਲ 'ਚ ਅੰਗਰੇਜ਼ੀ ਬੋਲਣੀ ਆ ਜਾਊਗੀ, ਕਿਉਂਕਿ ਪ੍ਰੈਕਟਿਸ ਹੋ ਜਾਂਦੀ। ਲੈਂਗੁਏਜ ਇਜ਼ ਮੈਟਰ ਆਫ ਪ੍ਰੈਕਟਿਸ। ਲੈਂਗੁਏਜ ਦਾ ਨੌਲੇਜ ਨਾਲ ਕੋਈ ਸੰਬੰਧ ਨਹੀਂ। ਔਰ ਜਿਹੜੇ ਸਾਡੇ ਪਿੰਡਾਂ ਦੇ ਨਿਆਣੇ ਆ ਜਾਂ 80% ਇੰਡੀਅਨ ਜਿਹੜੇ ਹੈ ਉਹ ਪੜ੍ਹਨਾ ਚਾਹੁੰਦੇ ਆ, ਲੇਕਿਨ ਉਹਨਾਂ ਕੋਲ ਅੰਗਰੇਜ਼ੀ ਦੀ ਪ੍ਰੈਕਟਿਸ ਕਰਨ ਲਈ ਨਾ ਸਾਧਨ ਆ, ਨਾ ਜ਼ਰੂਰਤ ਹੈ, ਨਾ ਸਥਾਨ ਹੈ, ਨਾ ਮਾਹੌਲ ਹੈ। ਜਿਹੜੇ 2% ਬੰਦੇ ਹੈ ਉਹਨਾਂ ਨੇ ਇੱਦਾਂ ਦੇ ਸਕੂਲ ਖੋਲ੍ਹ ਲਏ ਜਿੱਥੇ ਸ਼ੁਰੂ ਤੋਂ ਅੰਗਰੇਜ਼ੀ ਮੀਡੀਅਮ ਹੈ, ਅਤੇ ਇਸ ਕਰਕੇ ਉਹਨਾਂ ਨੂੰ ਫਿਰ ਅੰਗਰੇਜ਼ੀ ਦੀ ਪ੍ਰੈਕਟਿਸ ਹੋ ਜਾਂਦੀ। ਔਰ ਜੇ
ਵੱਡੀ ਗੱਲ ਕਿਆ ਜਿਹੜੀ ਬਦਕਿਸਮਤੀ ਦੀ ਗੱਲ ਹੈ, ਜਦ ਮੈਂ ਕਿਸੇ ਬੰਦੇ ਨੂੰ ਅੰਗਰੇਜ਼ੀ ਬੋਲਦਾ ਦੇਖਦਾ ਮੈਨੂੰ ਸ਼ੱਕ ਹੋ ਜਾਂਦੀ ਹੈ ਵਿਦਵਾਨ ਹੈ, ਜਦ ਕਿ ਉਹਦਾ ਵਿਦਵਤਾ ਨਾਲ ਕੋਈ ਤਾਲੁਕ ਨਹੀਂ ਹੁੰਦਾ, ਉਹਦੀ ਪ੍ਰੈਕਟਿਸ ਹੈ। ਮੇਰਾ ਪੁਆਇੰਟ ਸਮਝ ਗਏ ਨਾ ਜੀ। ਅੱਜ ਹਿੰਦੁਸਤਾਨ 'ਚ ਅੰਗਰੇਜ਼ੀ ਨੂੰ ਨੌਲੇਜ ਦੀ ਭਾਸ਼ਾ ਮੰਨ ਲਿਆ ਗਿਆ, ਜਦ ਕਿ ਉਹ ਪ੍ਰੈਕਟਿਸ ਦੀ ਭਾਸ਼ਾ ਆ। ਪ੍ਰੈਕਟਿਸ ਉਹੀ ਬੰਦਾ ਕਰ ਸਕਦਾ ਜਿਹਦੇ ਕੋਲ ਸਾਧਨ ਹੋਊਗੇ। ਜੇ 80% ਬੰਦੇ ਪੰਜਾਬੀ 'ਚ, ਤਮਿਲ 'ਚ, ਤੇਲਗੂ 'ਚ, ਕਸ਼ਮੀਰੀ 'ਚ ਹਾਇਰ ਐਜੂਕੇਸ਼ਨ ਕਰ ਲੱਪਣ, ਤਾਂ ਫਿਰ ਜਿਹੜੇ 2% ਕਬਜ਼ਾ ਕਰਕੇ ਬੈਠੇ ਉਹਨਾਂ ਦੀ ਜਗ੍ਹਾ ਥੱਲੇ ਪਿੰਡਾਂ ਦੇ ਬੰਦੇ ਨਹੀਂ ਆ ਜਾਊਗੇ। ਇਸ ਕਰਕੇ ਜੇ ਮੈਂ 2% 'ਚ ਹਾਂ ਤਾਂ ਮੇਰੀ ਅਕਲਮੰਦੀ ਇਹੀ ਆ ਵੀ ਮੈਂ ਕੰਧ ਲਾ ਕੇ ਰੱਖਾਂ ਵੀ ਹਿੰਦੁਸਤਾਨ ਦੀਆਂ ਭਾਸ਼ਾ ਅੱਗੇ ਨਾ ਵੱਧ ਸਕਣ। ਪ੍ਰਸ਼ਨ ਪੰਜਾਬੀ ਜਾਂ ਹਿੰਦੀ ਜਾਂ ਤਮਿਲ ਦਾ ਨਹੀਂ ਹੈ, ਪ੍ਰਸ਼ਨ ਹਿੰਦੁਸਤਾਨ ਦੀਆਂ ਭਾਸ਼ਾ ਦਾ। ਜੇ ਹਿੰਦੁਸਤਾਨ ਦੀਆਂ ਭਾਸ਼ਾ ਸਟੈਬਲਿਸ਼ ਹੋ ਗਈਆਂ ਤਾਂ ਤੁਸੀਂ ਸਮਝ ਲਓ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਨ੍ਹਾਂ ਨੇ ਬਿਊਰੋਕ੍ਰੇਸੀ ਸੰਭਾਲ ਲਈ, ਚਲੋ ਪੋਲੀਟਿਕਸ ਤਾਂ ਬਾਈ ਡੈਮੋਕ੍ਰੇਸੀ ਹੈ, ਸਾਡੇ ਪਿੰਡਾਂ ਦੇ MLA ਬਣ ਕੇ ਜਾਣੇ, ਜਿਨ੍ਹਾਂ ਨੇ ਬਿਊਰੋਕ੍ਰੇਸੀ ਸੰਭਾਲ ਲਈ 2% ਬੰਦਿਆਂ ਨੇ, ਉਹਨਾਂ ਦੀ ਸਾਜ਼ਿਸ਼ ਆ ਵੀ ਭਾਰਤੀ ਭਾਸ਼ਾ 'ਚ ਹਾਇਰ ਐਜੂਕੇਸ਼ਨ ਨਾ ਦਿੱਤੀ ਜਾਵੇ ਤਾਂ ਕਿ ਸਾਡੇ ਪਿੰਡਾਂ ਦੇ ਨਿਆਣੇ ਅੱਵਲ ਤਾਂ ਪੜ੍ਹ ਹੀ ਨਾ ਸਕਣ। ਮੈਂ ਕਈ ਵਾਰ ਦੇਖਦਾ, ਦੇਖੋ ਤੁਹਾਡਾ ਵੀ ਵੈਸੇ ਐਕਸਪੀਰੀਅੰਸ ਇਹੀ ਹੋਣਾ, ਜਿਸ ਵੇਲੇ ਅਸੀਂ ਪਹਿਲੀ ਦਾਖਲ ਹੁੰਦੇ 100 ਨਿਆਣੇ ਸਾਡੇ ਨਾਲ, ਜਿਸ ਵੇਲੇ ਮੈਂ BSc 3rd ਈਅਰ 'ਚ ਪਹੁੰਚਿਆ ਤਾਂ ਉਹਨਾਂ ਦੇ ਨਾਲ ਦੇ 10 ਨਿਆਣੇ ਬਚੇ। ਕਾਰਨ ਗਿਆ ਮੈਟ੍ਰਿਕ 'ਚ ਵੀ ਅੰਗਰੇਜ਼ੀ ਕੰਪਲਸਰੀ, ਫੇਲ ਹੋ ਕੇ ਤਾਂ ਗਏ ਅੱਧੇ ਤਾਂ ਉੱਥੇ ਹੀ ਨਿਕਲ ਗਏ। 12ਵੀਂ 'ਚ ਵੀ ਅੰਗਰੇਜ਼ੀ ਕੰਪਲਸਰੀ, ਉਹ ਤੋਂ ਬਾਅਦ ਤਾਂ ਲੈਣ ਹੀ ਲੱਗ ਗਏ ਨਾ। BA ਪਾਰਟ ਫਸਟ 'ਚ ਵੀ ਕੰਪਲਸਰੀ, ਸੈਕੰਡ 'ਚ ਵੀ ਕੰਪਲਸਰੀ, ਥਰਡ 'ਚ ਵੀ ਕੰਪਲਸਰੀ। ਫਿਰ ਜਿਹੜੇ ਵਿਚਾਰੇ ਔਖੇ ਸੌਖੇ ਕਰਕੇ 3rd ਈਅਰ 'ਚ ਪਹੁੰਚੇ ਉਹ 10 ਰਹਿ ਜਾਂਦੇ। ਜਿਹੜੇ 90 ਲਾਸ਼ਾਂ ਸੀ ਰਸਤੇ ਸਿੱਟ ਦਿੱਤੀਆਂ, ਉਹ ਲਾਸ਼ਾਂ ਕਿਸ ਕਰਕੇ ਬਣੀਆਂ ਵੀ ਉਹਨਾਂ ਕੋਲ ਅੰਗਰੇਜ਼ੀ ਕਰਨ ਦੀ ਪ੍ਰੈਕਟਿਸ ਨਹੀਂ ਸੀਗੀ। ਨੌਲੇਜ ਉਹਨਾਂ ਕੋਲ ਸੀਗੀ ਲੇਕਿਨ ਉਹ ਅੰਗਰੇਜ਼ੀ ਨਹੀਂ ਸੀਗੀ। ਸਾਡਾ ਸਿਸਟਮ ਦੇਖੋ, ਹਜੇ ਵੀ ਜਿਹੜੇ ਅੰਗਰੇਜ਼ੀ ਪ੍ਰਸਤ ਲੋਕ ਆ ਉਹ ਸਾਨੂੰ ਆਪਸ ਵਿੱਚ ਲੜਾ ਰਹੇ। ਦੇਖੋ ਭਾਈ ਸਾਹਿਬ, ਪੰਜਾਬੀ ਦਾ ਹਿੰਦੀ ਨਾਲ ਝਗੜਾ, ਤਮਿਲ ਦਾ ਹਿੰਦੀ ਨਾਲ ਝਗੜਾ, ਬੰਗਲਾ ਦਾ ਹਿੰਦੀ ਨਾਲ ਝਗੜਾ, ਉਹਦੇ ਨਾਲ ਫਿਰ ਹੁੰਦਾ ਗਿਆ ਚਲੋ ਛੱਡ ਜੀ, ਤਮਿਲ ਵੀ ਛੱਡੋ, ਹਿੰਦੀ ਵੀ ਛੱਡੋ, ਅੰਗਰੇਜ਼ੀ ਕਰ ਲਓ। ਇਹ ਸਭ ਤੋਂ ਵੱਡੀ ਸਾਜ਼ਿਸ਼ ਆ ਇੰਡੀਅਨ ਲੈਂਗੁਏਜ ਨੂੰ ਆਪਸ ਵਿੱਚ ਇੱਕ ਦੂਜੇ ਦਾ ਵਿਰੋਧੀ ਠਹਿਰਾ ਕੇ ਅੰਗਰੇਜ਼ੀ ਨੇ ਆਪਣਾ ਵਰਚਸਵ ਬਣਾਇਆ। ਉਹ ਇੱਕ ਆਉਂਦਾ ਨਾ ਬਾਂਦਰਾਂ ਦੀ ਲੜਾਈ, ਉਹ ਕਿਆ ਸਾਰਾ ਬਿੱਲੀਆਂ ਦੀ ਲੜਾਈ 'ਚ ਬਾਂਦਰ। ਇਸ ਕਰਕੇ ਬਾਈ ਮੇਰਾ ਇਹ ਕਹਿਣਾ ਵੀ ਸਾਰੀਆਂ ਬਿੱਲੀਆਂ ਨੂੰ ਇਕੱਠਾ ਹੋ ਕੇ ਪਹਿਲਾਂ ਬਾਂਦਰ ਨੂੰ ਨਠਾਉਣਾ ਚਾਹੀਦਾ। ਇੰਡੀਅਨ ਲੈਂਗੁਏਜ ਆਪਣੇ ਆਪ ਤਰੱਕੀ ਕਰੂਗੀ। ਸਰ ਤੁਸੀਂ ਇੱਕ ਬੜੀ ਅਹਿਮ ਗੱਲ ਕੀਤੀ, ਕਿਉਂਕਿ ਭਾਸ਼ਾਵਾਂ ਦਾ ਆਪਸ ਦੇ ਵਿੱਚ ਪਿਆਰ ਹੋਣਾ ਬੜਾ ਜ਼ਰੂਰੀ ਹੈਗਾ। ਅਸੀਂ ਕਈ ਵੇਲੇ ਦੇਖ ਲੈਂਦੇ ਹਾਂ ਕਿ ਜੇ ਕੋਈ ਪੰਜਾਬੀ ਬੋਲਦਾ ਉਹਨੂੰ ਗਵਾਰ ਸਮਝ ਲਿਆ ਜਾਂਦਾ, ਅੱਜ ਕੱਲ੍ਹ ਅੰਗਰੇਜ਼ੀ ਬੋਲੇ ਤਾਂ ਉਹਨੂੰ ਵਿਦਵਾਨ ਸਮਝ ਲਿਆ ਜਾਂਦਾ। ਤੁਸੀਂ ਜ਼ਿਕਰ ਕੀਤਾ ਤਾਂ ਦੂਜੀ ਭਾਸ਼ਾ ਦੇ ਨਾਲ ਪਿਆਰ ਹੋਣਾ ਬੜਾ ਜ਼ਰੂਰੀ ਹੈ। ਤੁਸੀਂ ਹਿੰਦੀ ਦੇ ਵਿੱਚ MA ਕੀਤੀ, ਤੁਸੀਂ ਧਰਮਸ਼ਾਲਾ ਯੂਨੀਵਰਸਿਟੀ ਦੇ ਵਿੱਚ ਵੱਡੇ ਅਹੁਦੇ ਤੇ ਰਹੇ, ਉੱਥੇ ਜਾ ਕੇ ਪੰਜਾਬੀ ਪ੍ਰਤੀ ਪਿਆਰ, ਇਹ ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਵਿਲੱਖਣਤਾ ਹੈ। ਨਹੀਂ, ਦੂਸਰੀ ਗੱਲ ਦੇਖੋ, ਇੱਕ ਗੱਲ ਹੁੰਦੀ ਤੁਹਾਡੇ ਲੈਵਲ ਹੈ, ਇੱਕ ਲੈਵਲ ਤੇ ਜੋ ਮੈਂ ਆਪਣੀ ਮਾਤਰੀ ਭਾਸ਼ਾ 'ਚ ਐਕਸਪ੍ਰੈਸ ਕਰ ਸਕਦਾ ਉਹ ਦੂਸਰੀ ਭਾਸ਼ਾ 'ਚ ਨਹੀਂ ਕਰ ਸਕਦਾ, ਠੀਕ ਨਾ ਜੀ। ਔਰ ਹਰ ਬੰਦੇ ਦੇ ਲੈਵਲ ਹੈ, ਇੱਕ ਮਾਤਰੀ ਭਾਸ਼ਾ ਦਾ ਲੈਵਲ ਹੈ, ਫਿਰ ਮੰਨ ਲਓ ਮੈਂ ਹਿੰਦੀ 'ਚ ਐਕਸਪਰਟ ਹੋ ਗਿਆ, ਦੂਸਰਾ ਹਿੰਦੀ ਦਾ ਲੈਵਲ ਹੈ, ਫਿਰ ਮੈਂ ਅੰਗਰੇਜ਼ੀ 'ਚ ਹੋ ਗਿਆ, ਤੀਸਰਾ ਅੰਗਰੇਜ਼ੀ ਦਾ ਲੈਵਲ ਹੈ, ਚੌਥਾ ਫਰੈਂਚ ਦਾ ਲੈਵਲ ਹੈ। ਕਈ ਬੰਦਿਆਂ ਨੂੰ ਤੁਸੀਂ ਹੈਰਾਨ ਹੋਣੇ 8-8 ਭਾਸ਼ਾ ਆਉਣੀਆਂ, ਸਾਨੂੰ ਤਾਂ ਚਲੋ ਭਗਵਾਨ ਦੀ ਦਇਆ ਨਾਲ ਉਹੀ ਜਿਹੜੀਆਂ 2-3 ਆਉਣੀਆਂ। ਕਈ ਬੰਦੇ ਨਰਸਿਮਹਾ ਰਾਓ ਜਿਹੜੇ ਪ੍ਰਾਈਮ ਮਿਨਿਸਟਰ ਸੀ 7-8 ਭਾਸ਼ਾ ਜਾਣਦੇ ਸੀਗੇ, ਔਰ ਫਰਾਂਸ 'ਚ ਜਾ ਕੇ ਫਰੈਂਚ 'ਚ ਬੋਲਦੇ ਸੀਗੇ, ਲੋਕ ਬੜੇ ਪ੍ਰਭਾਵਿਤ ਹੁੰਦੇ ਸੀਗੇ। ਲੇਕਿਨ ਬਸ ਇੱਕ ਗੱਲ ਧਿਆਨ 'ਚ ਰੱਖਣੀ ਚਾਹੀਦੀ, ਜੇ ਮੈਂ ਕੋਈ ਦਿਲ ਨੂੰ ਐਕਸਪ੍ਰੈਸ ਕਰਨਾ ਫਿਰ ਆਪਣੀ ਮਾਤਰੀ ਭਾਸ਼ਾ 'ਚ ਕਰ ਸਕਦਾ। ਲੇਕਿਨ ਬਦਕਿਸਮਤੀ ਕਿਆ ਆ ਬਈ ਜਿਹੜੇ ਅੰਗਰੇਜ਼ੀ ਦੇ ਰੰਗ 'ਚ ਰੰਗੇ ਗਏ ਉਹ ਸਮਝਦੇ ਜਿਹੜਾ ਪੰਜਾਬੀ ਬੋਲਦਾ ਜਾਂ ਤਮਿਲ ਬੋਲਦਾ ਜਾਂ ਮਲਿਆਲਮ ਬੋਲਦਾ ਉਹ ਘਟੀਆ ਹੈ, ਜਿਹੜਾ ਅੰਗਰੇਜ਼ੀ ਬੋਲਦਾ ਉਹ ਵੱਡਾ। ਤੁਸੀਂ ਮੈਂ ਕਹਿੰਦਾ ਪੰਜਾਬ ਦੀ ਛੱਡੋ, ਮੈਂ ਕਈ ਵਾਰ ਕਸ਼ਮੀਰ 'ਚ ਦੇਖਦਾ, ਸਾਡੇ ਪੰਜਾਬ 'ਚ ਚਲੋ ਫਿਰ ਵੀ 10ਵੀਂ 12ਵੀਂ ਤੱਕ ਪੰਜਾਬੀ ਮੀਡੀਅਮ ਅਲਾਊਡ ਹੈ ਨਾ ਜੀ। ਕਸ਼ਮੀਰ 'ਚ ਪਹਿਲੀ ਕਲਾਸ ਤੋਂ ਲੈ ਕੇ PhD ਤੱਕ ਅੰਗਰੇਜ਼ੀ ਮੀਡੀਅਮ ਹੈ। ਕਸ਼ਮੀਰੀ ਲੈਂਗੁਏਜ ਬਿਲਕੁਲ ਹੀ ਖਤਮ ਕਰ ਦਿੱਤੇ, ਜਾਂ ਉਰਦੂ 'ਚ ਪੜ੍ਹੋ ਜਾਂ ਅੰਗਰੇਜ਼ੀ 'ਚ ਪੜ੍ਹੋ। ਮੈਂ ਕਈ ਵਾਰ ਉੱਥੇ ਗਿਆ, ਮੈਂ ਕਿਹਾ ਉਰਦੂ ਕਿਹਦੀ ਲੈਂਗੁਏਜ ਹੈ? ਲੋਕਾਂ ਦੀ ਮਾਤਰੀ ਭਾਸ਼ਾ ਤਾਂ ਕਸ਼ਮੀਰੀ ਆ, ਤੁਸੀਂ ਉਹ ਅਲਾਊਡ ਨਹੀਂ ਕਰਦੇ। ਤੁਸੀਂ ਕਹਿੰਦੇ ਜਾਂ ਉਰਦੂ ਪੜ੍ਹੋ ਜਾਂ ਅੰਗਰੇਜ਼ੀ ਪੜ੍ਹੋ। ਮੀਡੀਅਮ ਕੰਪਲਸਰੀ ਹੈ, ਔਰ ਤੁਸੀਂ ਲੈਂਗੁਏਜ ਦੇ ਤੌਰ 'ਤੇ 6ਵੀਂ 7ਵੀਂ ਤੱਕ ਕਸ਼ਮੀਰੀ ਆ ਸਕਦੇ। ਬਾਕੀ ਮੇਰੇ ਖਿਆਲ 'ਚ ਦਿਸ ਇਜ਼ ਮੋਸਟ ਅਨਨੈਚੁਰਲ ਪ੍ਰੋਸੈਸ। ਲੇਕਿਨ ਇਹ ਪੂਰਾ ਸਿਸਟਮ ਭਾਈ ਜਿਹੜਾ ਗੜਿਆ ਵਾ ਇਹ ਉਹੀ 2% ਜਿਹਦੀ ਤੁਸੀਂ ਗੱਲ ਕੀਤੀ ਨਾ ਜੀ। ਜੇ ਇਹ ਕੰਧਾਂ ਵਿਚਲੀਆਂ ਟੁੱਟ ਜਾਣ ਤਾਂ ਫਿਰ ਜਿਹਨਾਂ ਦਾ ਕਬਜ਼ਾ ਹੈ ਉਹ ਜ਼ਮੀਨ 'ਤੇ ਆ ਜਾਊਗੇ, ਤੁਹਾਡੇ ਨਿਆਣੇ ਅੱਗੇ ਨਿਕਲ ਜਾਓਗੇ। ਤੁਹਾਡੇ ਨਿਆਣੇ ਕੋਲ ਨੌਲੇਜ ਹੈ, ਉਹਨਾਂ ਕੋਲ ਪ੍ਰੈਕਟਿਸ ਹੈ, ਤਾਂ ਪ੍ਰੈਕਟਿਸ ਵਾਲੇ ਪਰੇ ਹੋ ਜਾਓਗੇ, ਨੌਲੇਜ ਵਾਲੇ ਅੱਗੇ ਆ ਜਾਓਗੇ। ਤਾਂ ਹੀ ਫਿਰ ਬਾਈ ਨੌਲੇਜ ਵਾਲਾ ਅੱਗੇ ਆਊਗਾ ਤਾਂ ਹਿੰਦੁਸਤਾਨ ਨੰਬਰ 1 ਬਣੂਗਾ ਨਾ ਜੀ। ਤੁਸੀਂ ਨੌਲੇਜ ਵਾਲੇ ਨੂੰ ਅੱਗੇ ਆਣੀ ਕਰ ਲਿਓਗੇ। ਵਿਦੇਸ਼ਾਂ ਦੀ ਵੀ ਇਹੀ ਸਾਜ਼ਿਸ਼ ਹੈ ਵੀ ਨੌਲੇਜ ਵਾਲੇ ਬਾਈ ਪਰੇ ਰਹਿਣ, ਪ੍ਰੈਕਟਿਸ ਵਾਲੇ ਅੱਗੇ ਆਉਣ। ਜੇ ਸਹੀ ਚੋਣ ਹੋਵੇ, ਜੇ ਸਹੀ ਤਰੀਕੇ ਨਾਲ ਪ੍ਰੈਕਟਿਸ ਹੋਵੇ, ਮੈਨੂੰ ਲੱਗਦਾ ਕਿ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੇ ਨੇ ਪੰਜਾਬੀ ਹੁਣ ਜਾਂ ਚਾਹੇ ਸਾਡੇ ਖੇਤਰੀ। ਕੋਈ ਵੀ ਆਪਣੀ ਲੈਂਗੁਏਜ ਦੇ ਥਰੂ ਬੰਦਾ ਕਿਸੇ ਮੁਕਾਮ ਤੇ ਦੇਖੋ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ, ਕਈ ਵਾਰ ਮੈਂ ਸਾਇੰਸ ਦੇ ਟੀਚਰਾਂ ਨਾਲ ਗੱਲ ਕਰਦਾ, ਫਿਜ਼ਿਕਸ ਜਾਂ ਕੈਮਿਸਟਰੀ ਦੇ, ਨਹੀਂ ਭਾਈ ਤੁਸੀਂ ਹਿੰਦੀ ਜਾਂ ਪੰਜਾਬੀ 'ਚ ਕਿਉਂ ਨਹੀਂ ਪੜ੍ਹਾਉਂਦੇ? ਮੈਂ ਹਿਮਾਚਲ ਪ੍ਰਦੇਸ਼ ਇਸ ਕਰਕੇ ਹਿੰਦੀ 'ਚ ਪੜ੍ਹਾਉਂਦੇ ਕਿਉਂ ਨਹੀਂ ਪੜ੍ਹਾਉਂਦੇ? ਉਹ ਕਹਿੰਦੇ ਵੀ ਫਿਜ਼ਿਕਸ ਹਿੰਦੀ 'ਚ ਕਿੱਦਾਂ ਪੜ੍ਹਾਈ ਜਾ ਸਕਦੀ? ਫਿਜ਼ਿਕਸ ਤਾਂ ਪੜ੍ਹਾਉਣੀ ਬੜੀ ਔਖੀ ਹੈ,
ਦੇਖੋ ਮੇਰਾ ਤੁਹਾਨੂੰ ਇੱਕ ਪ੍ਰਸ਼ਨ ਮੰਨ ਲਓ ਮੈਂ ਤੁਹਾਡੇ ਉਦਾਹਰਨ ਦਿੰਦਾ। ਮੰਨ ਲਓ ਤੁਸੀਂ 3 ਕਲਾਸ ਫੈਲੋ ਆ ਔਰ ਤਿੰਨੋਂ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਆ, ਤੁਹਾਡੀ ਮਾਤਰੀ ਭਾਸ਼ਾ ਪੰਜਾਬੀ ਆ, ਤੁਹਾਡੀ ਇੱਛਾ ਹੋ ਗਈ ਤੁਹਾਡੀ ਉਹਨਾਂ ਤਿੰਨਾਂ ਚੋਂ ਇੱਕ ਦੀ ਵੀ ਮੈਂ ਫਿਜ਼ਿਕਸ ਪੜ੍ਹਨੇ। ਪਤਾ ਕੀਤਾ ਸੱਜੇ ਖੱਬੇ ਬਾਈ ਫਿਜ਼ਿਕਸ ਪੜ੍ਹਨ ਦਾ ਕਿਆ ਤਰੀਕਾ, ਉਹ ਕਹਿੰਦੇ ਬਾਈ ਸਾਹਿਬ ਸਭ ਕਿਤਾਬਾਂ ਅੰਗਰੇਜ਼ੀ 'ਚ ਆ, ਪੰਜਾਬੀ ਤਾਂ ਕੋਈ ਕਿਤਾਬ ਅਵੇਲੇਬਲ ਹੈ ਨਹੀਂ, ਇਸ ਕਰਕੇ ਪਹਿਲਾਂ ਅੰਗਰੇਜ਼ੀ ਸਿੱਖਣੀ ਪੈਣੀ ਹੈ। ਹੁਣ ਜਾਂ ਤਾਂ ਤਿੰਨੇ ਹੀ ਅੰਗਰੇਜ਼ੀ ਸਿੱਖੋ, ਤਿੰਨੇ ਫਿਜ਼ਿਕਸ ਪੜ੍ਹਨੇ ਚਾਹੁੰਦੇ ਆ, ਲੇਕਿਨ ਤਿੰਨਾਂ ਨੇ ਸੋਚਿਆ ਵੀ ਇੰਨੀ એનર્ਜੀ ਕੱਲ੍ਹ ਹੀ ਖਰਾਬ ਕਰਨੀ, ਇੱਕ ਨੂੰ ਭੇਜ ਦਈਏ ਵੀ ਤੂੰ ਸਿੱਖਿਆ ਫਿਰ ਆ ਕੇ ਸਾਨੂੰ ਸਮਝਾ ਦੇ। ਉਹਨਾਂ ਨੇ ਤੁਹਾਨੂੰ ਕਿਹਾ ਤਾਂ ਚਲੋ ਭਾਈ ਸਾਹਿਬ ਤੁਸੀਂ ਜਾਓ ਇੰਗਲੈਂਡ ਜਾਓ, ਪਹਿਲਾਂ ਅੰਗਰੇਜ਼ੀ ਸਿੱਖ ਲਓ, ਫਿਰ ਫਿਜ਼ਿਕਸ ਪੜ੍ਹ ਲਿਓ, ਫਿਰ ਆ ਕੇ ਸਾਨੂੰ ਪੜ੍ਹਾ ਦਿਓ। ਤੁਸੀਂ ਇੰਗਲੈਂਡ ਚਲੇ ਗਏ, ਤੁਸੀਂ ਅੰਗਰੇਜ਼ੀ ਸਿੱਖੀ, 4 ਸਾਲ ਲੱਗੇ ਫਿਜ਼ਿਕਸ ਸਿੱਖ ਲਈ, ਹੁਣ ਤੁਸੀਂ ਵਾਪਸ ਆ ਗਏ, ਤੁਹਾਡੇ ਦੋਏ ਦੋਸਤ ਕਹਿੰਦੇ ਬਾਈ ਹੁਣ ਸੱਜਣਾ ਸਾਨੂੰ ਦੱਸ ਦੇ ਫਿਜ਼ਿਕਸ, ਤੇ ਹੁਣ ਤੁਸੀਂ ਕਹਿਣਾ ਸ਼ੁਰੂ ਕਰਦੇ ਫਿਜ਼ਿਕਸ ਤਾਂ ਪੰਜਾਬੀ ਨਹੀਂ ਦੱਸੀ ਜਾ ਸਕਦੀ। ਇਹਦਾ ਮਤਲਬ ਇਹ ਹੋਇਆ ਤੁਹਾਨੂੰ ਫਿਜ਼ਿਕਸ ਸਮਝ ਹੀ ਨਹੀਂ ਆਈ। ਜੇ ਤੁਹਾਨੂੰ ਫਿਜ਼ਿਕਸ ਸਮਝ ਆ ਗਈ ਫਿਰ ਤਾਂ ਤੁਸੀਂ ਆਪਣੀ ਭਾਸ਼ਾ 'ਚੋਂ ਦੱਸ ਹੀ ਸਕਦੇ। ਜੇ ਸਮਝ ਨਹੀਂ ਆਈ ਫਿਰ ਉਹ ਜਦੋਂ ਮੈਂ ਕਹਿੰਦਾ ਨਾ ਵੀ ਤੁਸੀਂ ਕੁਝ ਖੁਰਾਕ ਖਾਧੀ, ਉਹ ਡਾਈਜੈਸਟ ਨਹੀਂ ਹੋਈ, ਛਾਤੀ 'ਤੇ ਪੈ ਗਈ, ਖੱਟੇ ਢਕਾਰ ਆਉਣ ਲੱਗ ਪਏ। ਜਿੰਨੇ ਲੋਕ ਇਹ ਤਮਾਸ਼ਾ ਕਰਦੇ ਵੀ ਸਾਇੰਸ ਪੰਜਾਬੀ ਜਾਂ ਤਮਿਲ 'ਚ ਜਾਂ ਕਸ਼ਮੀਰੀ 'ਚ ਜਾਂ ਮਲਿਆਲਮ 'ਚ ਨਹੀਂ ਪੜ੍ਹਾ ਸਕਦੇ, ਮੈਨੂੰ ਪੂਰਾ ਡਾਊਟ ਆ ਵੀ ਉਹਨਾਂ ਨੇ ਜਿਹੜਾ ਸਿੱਖਿਆ ਨਾ ਉਹ ਡਾਈਜੈਸਟ ਨਹੀਂ ਹੋਇਆ, ਛਾਤੀ 'ਤੇ ਬੈਠਾ, ਖੱਟੇ ਢਕਾਰ ਆ ਰਹੇ, ਔਰ ਸਾਰੇ ਯੂਨੀਵਰਸਿਟੀ ਜਾ ਕੇ ਕਲਾਸਾਂ 'ਚ ਖੱਟੇ ਢਕਾਰ ਮਾਰਦੇ ਰਹਿੰਦੇ, ਔਰ ਉਹਦੇ ਨਾਲ ਪ੍ਰਦੂਸ਼ਣ ਫੈਲਦਾ। ਇਸ ਕਰਕੇ ਜਿਹੜਾ ਬੰਦਾ ਸਮਝ ਜਾਂਦਾ ਸਬਜੈਕਟ ਨੂੰ ਸਮਝ ਗਿਆ ਚੰਗੀ ਤਰ੍ਹਾਂ, ਉਹ ਤਾਂ ਪੰਜਾਬੀ ਸਮਝਾਇਆ ਦੇਊਗਾ, ਜੇ ਕੰਨੜ ਹੈ ਤਾਂ ਕੰਨੜ 'ਚ ਸਮਝਾ ਦੇਊਗਾ। ਇਹ ਬਹੁਤ ਵੱਡਾ ਫਰਾਡ ਹੈ। ਔਰ ਇਸ ਕਰਕੇ ਮੈਂ ਯੂਨੀਵਰਸਿਟੀ 'ਚ ਆਪਣੇ ਮਿੱਤਰਾਂ ਨੂੰ ਕਹਿੰਦਾ ਵੀ ਰਹਿੰਦਾ ਵੀ ਪਹਿਲਾਂ ਬਾਈ ਸਬਜੈਕਟ ਨੂੰ ਡਾਈਜੈਸਟ ਕਰ ਲਓ, ਉਹ ਤੋਂ ਬਾਅਦ ਆਪਣੀ ਮਾਤਰੀ ਭਾਸ਼ਾ ਸਮਝਾਈ ਚੱਲੋ। ਲੇਕਿਨ ਦੇਖੋ ਤੁਹਾਡਾ ਸਵਾਲ ਬੜਾ ਸਿੰਪਲ ਸੀਗਾ, ਲੇਕਿਨ ਇਹ ਬਹੁਤ ਵੱਡਾ ਛੜਯੰਤਰ ਆ। ਇਸ ਛੜਯੰਤਰ ਨੂੰ ਲੜਨ ਲਈ ਸਾਰੇ ਹਿੰਦੁਸਤਾਨ ਵਾਲਿਆਂ ਨੂੰ ਇਕੱਠੇ ਹੋਣਾ। ਇਟ ਇਜ਼ ਨਾਟ ਕੁਐਸਚਨ ਆਫ ਪੰਜਾਬੀ ਔਰ ਕਸ਼ਮੀਰੀ ਔਰ ਮਲਿਆਲਮ, ਇਹ ਪੂਰੀ, ਲੇਕਿਨ ਜਿਹੜੇ ਚਾਹੁੰਦੇ ਵੀ ਹਿੰਦੁਸਤਾਨ ਅੱਗੇ ਨਾ ਵਧੇ ਉਹ ਇਹ ਘੇਰਾਬੰਦੀ ਕਰ ਰਹੇ। ਇਹ ਤਾਂ ਜੀ ਪੰਜਾਬੀ ਦਾ ਸਵਾਲ ਹੈ, ਇਹ ਮਲਿਆਲਮ ਦਾ ਸਵਾਲ ਹੈ, ਇਹ ਤਮਿਲ ਦਾ ਸਵਾਲ ਹੈ, ਉਹ ਫਿਰ ਕਾਮਯਾਬ ਹੈ। ਇਸੀ ਕਰਕੇ ਹਿੰਦੁਸਤਾਨ ਅੱਗੇ ਨਹੀਂ ਵਧ ਗਿਆ। ਆਖਰੀ ਸਵਾਲ ਹੈ, ਜਿਸ ਤਰੀਕੇ ਨਾਲ ਤੁਸੀਂ ਕਿਉਂਕਿ ਇੱਕ ਬੜੇ ਅਹਿਮ ਅਹੁਦੇ 'ਤੇ ਰਹੇ, ਉੱਥੇ ਬਹੁਤ ਸਾਰੀਆਂ ਭੂਮਿਕਾ ਨਿਭਾਉਂਦੇ ਰਹੇ, ਮੈਨੂੰ ਲੱਗਦਾ ਕਿ ਇੱਕ ਕੁਲਪਤੀ ਜਾਂ ਉਪ ਕੁਲਪਤੀ ਹੁੰਦਾ, ਉਹਦੇ ਹੱਥ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਉੱਤੇ ਬਹੁਤ ਸਾਰੀਆਂ ਚੀਜ਼ਾਂ ਮੁਅੱਸਰ ਕਰਦੀਆਂ ਨੇ ਕਿ ਉਹਨੇ ਕਿਸ ਤਰੀਕੇ ਨਾਲ ਪੂਰਾ ਤਾਣਾ ਬਾਣਾ ਚਲਾਉਣਾ ਹੈਗਾ। ਤਾਂ ਲੱਗਦਾ ਕਿ ਜਾਣਬੁੱਝ ਕੇ ਕੇਂਦਰ ਦੀ ਤਾਕਤ ਦੇ ਜ਼ਰੀਏ ਪੰਜਾਬ ਦੇ ਵਿੱਚ ਹੁਣ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੋਈ ਹੋਰ ਬਾਹਰੀ ਕੁਲਪਤੀ ਲਗਾ ਦੇਣਾ ਜਾਂ ਹੋਰ ਥਾਵਾਂ 'ਤੇ ਹੋਰ ਕੁਲਪਤੀ ਲਗਾ ਦੇਣੇ, ਤਾਂ ਉਹ ਵੀ ਇੱਕ ਸਿਆਸੀ ਕੁਰਸੀ ਹੋ ਗਈ, ਨਾ ਕਿ ਉਹ ਇੱਕ ਅਧਿਆਤਮਿਕ ਤੌਰ 'ਤੇ ਜਾਂ ਆਪਾਂ ਪੜ੍ਹਾਈ ਦੇ ਤੌਰ 'ਤੇ ਕਹਿ ਲਈਏ ਵੀ ਉੱਦਾਂ ਦੀ। ਕਿਉਂਕਿ ਇੱਕ ਵਿਅਕਤੀ ਆਪ ਜਿਹੜਾ ਸਿੱਖਿਆ ਹੋਊਗਾ, ਪਰਨਾਇਆ ਹੋਊਗਾ, ਖਾਸ ਕਰਕੇ ਪੜ੍ਹਾਈ ਨੂੰ ਉਹਨੂੰ ਪਿਆਰ ਹੋਊਗਾ ਤੇ ਲੋਕਾਂ ਨੂੰ ਪੜ੍ਹਾਉਣਾ ਚਾਹੁੰਦਾ ਹੋਊਗਾ, ਤਾਂ ਉਹਦੀਆਂ ਚੀਜ਼ਾਂ ਹੋਣੀਆਂ। ਦੇਖੋ ਦੋ ਗੱਲਾਂ ਹੁੰਦੀਆਂ ਬਾਈ, ਤੁਹਾਡਾ ਪ੍ਰਸ਼ਨ ਬੜਾ ਰੈਲੇਵੈਂਟ ਹੈ। ਇੱਕ ਜਿਹੜੇ ਇਹ ਪ੍ਰਸ਼ਨ ਹੈ ਨਾ ਜੀ ਬਾਹਰੀ ਔਰ ਅੰਦਰੀ, ਇਹ ਬੜਾ ਜਿਹਨੂੰ ਕਹਿਣਾ ਚਾਹੀਦਾ ਘੋਖਣ ਵਾਲਾ ਪ੍ਰਸ਼ਨ ਹੈ। ਮੰਨ ਲਓ ਤੁਸੀਂ ਸਪੋਜ਼ ਕਰੋ ਜਿਸ ਵੇਲੇ ਆਪਣੇ ਬਨਾਰਸ ਹਿੰਦੂ ਯੂਨੀਵਰਸਿਟੀ ਬਣੀ ਸੀਗੀ, ਉਸ ਵੇਲੇ ਮਦਨ ਮੋਹਨ ਮਾਲਵੀ ਨੇ ਬਣਾਈ ਸੀਗੀ, ਔਰ ਉਹਦਾ ਸ਼ਿਲਾਨਿਆਸ ਕਰਨ ਲਈ ਪੰਜਾਬ ਤੋਂ ਇੱਕ ਬੰਦਾ ਸੱਦਿਆ ਸੀਗਾ। ਤੁਹਾਡੇ ਮਸਤੂਆਣੇ ਦੇ ਸੀਗੇ, ਮੇਰੇ ਨਾਂ ਭੁੱਲ ਗਿਆ ਹੁਣ ਉਹਨਾਂ ਦਾ, ਮੇਰੇ ਨਾਂ ਧਿਆਨ 'ਚ ਬੜਾ ਹੀ ਨੋਨ ਸੇਂਟ, ਬੜਾ ਨਾਂ ਸੀਗਾ ਪੰਜਾਬ 'ਚ ਉਹਨਾਂ ਦਾ। ਮਦਨ ਮੋਹਨ ਮਾਲਵੀ ਨੇ ਉਹਨੂੰ ਸੱਦਿਆ ਵੀ ਸ਼ਿਲਾਨਿਆਸ ਕਰਨਾ। ਅੱਛਾ, ਦੂਸਰਾ ਜਿਸ ਵੇਲੇ ਅਸੀਂ ਨੌਲੇਜ ਗੇਨ ਕਰਨਾ ਚਾਹੁੰਦੇ ਨਾ ਜੀ, ਤਾਂ ਸਾਨੂੰ ਥੋੜ੍ਹਾ ਜਿਹਾ ਸੌੜੇਪਨ ਤੋਂ ਅੱਗੇ ਆਉਣਾ ਪੈਣਾ। ਬਾਈ ਮੰਨ ਲਓ ਤੁਸੀਂ ਫਿਜ਼ਿਕਸ ਪੜ੍ਹਨੇ ਚਾਹੁੰਦੇ, ਵੈਸੇ ਮੇਰਾ ਸਿੰਪਲ ਕੁਐਸਚਨ ਹੈ, ਤੁਹਾਨੂੰ ਪਤਾ ਲੱਗਦਾ ਬਈ ਕਲਕੱਤੇ 'ਚ ਇੱਕ ਪ੍ਰੋਫੈਸਰ ਫਿਜ਼ਿਕਸ ਦਾ ਬਹੁਤ ਰਿਨਾਊਂਡ ਪ੍ਰੋਫੈਸਰ ਹੈ, ਮੇਰੇ ਖਿਆਲ 'ਚ ਜੇ ਸੱਚਮੁੱਚ ਫਿਜ਼ਿਕਸ ਪੜ੍ਹਨਾ ਚਾਹੁੰਦੇ ਫਿਰ ਤੁਸੀਂ ਨੱਠ ਕੇ ਜਾਓਗੇ ਉਹਦੇ ਕੋਲ ਬਈ। ਅੱਛਾ, ਅਸੀਂ ਕਈ ਵਾਰ ਵੱਡੀਆਂ ਕਲਾਸਾਂ 'ਚ ਕਿਆ ਕਰਦੇ ਹਾਂ, ਮੰਨ ਲਓ ਮੈਂ PhD ਕਰਨਾ ਚਾਹੁੰਦਾ, ਮੈਂ ਕਿਆ ਚੈੱਕ ਕਰਦਾ ਯੂਨੀਵਰਸਿਟੀ ਲਿਸਟ ਦੇਖ ਕੇ ਬਈ ਭਾਈ ਫਲਾਨੀ ਯੂਨੀਵਰਸਿਟੀ 'ਚ, ਮਦਰਾਸ ਯੂਨੀਵਰਸਿਟੀ 'ਚ ਫਲਾਨਾ ਪ੍ਰੋਫੈਸਰ ਜੋ ਮੈਨੂੰ PhD ਐਡਮਿਸ਼ਨ ਦੇ ਦੇਵੇ ਤਾਂ ਮੁਕਾਬਲਾ ਕੋਈ ਨਹੀਂ, ਬੜਾ ਨੋਨ ਸਾਇੰਟਿਸਟ ਹੈ, ਫਿਰ ਮੈਂ ਨੱਠ ਕੇ ਉਹਦੇ ਕੋਲ ਜਾਣਾ। ਫਿਰ ਮੈਂ ਇਹ ਨਹੀਂ ਦੇਖਦਾ ਮਦਰਾਸੀ ਤਮਲੀਅਨ ਹੈ ਕਿ ਪੰਜਾਬੀ ਹੈ। ਜੇ ਕਿਸੇ ਤਮਲੀਅਨ ਨੂੰ ਲੱਗਦਾ ਵੀ ਪੰਜਾਬ ਯੂਨੀਵਰਸਿਟੀ 'ਚ ਹਿਸਟਰੀ ਦਾ ਫਲਾਨਾ ਪ੍ਰੋਫੈਸਰ ਬੜਾ ਰਿਨਾਊਂਡ ਹੈ, ਤਾਂ ਫਿਰ ਉਹ ਜਾ ਕੇ ਉਹਦੇ ਕੋਲ ਆ ਜਾਂਦਾ। ਦੇਖੋ ਨੌਲੇਜ ਲਈ ਸਾਨੂੰ ਕੋਈ ਵੀ ਸਰਹੱਦਾਂ ਨਹੀਂ ਚਾਹੀਦੀਆਂ। ਇਸ ਕਰਕੇ ਜਦ ਅਸੀਂ ਇੱਕ ਸੰਸਕ੍ਰਿਤ 'ਚ ਆਉਂਦਾ ਵੀ ਗਿਆਨ ਤਾਂ ਤੁਹਾਨੂੰ ਦੁਸ਼ਮਣ ਦੇ ਘਰੋਂ ਵੀ ਮਿਲੇ ਤਾਂ ਲੈਣਾ ਚਾਹੀਦਾ। ਇਹ ਜਿਹੜੀ ਲੈਂਗੁਏਜ ਦੀ ਗੱਲ ਹੈ ਨਾ ਜੀ, ਇਹ ਮੈਂ ਜ਼ਰੂਰ ਇਸ ਗੱਲ ਨੂੰ ਮੰਨਦਾ, ਲੇਕਿਨ ਮੈਂ ਕੋਰਿਲੇਟ ਕਰਦਾ ਇੰਡੀਅਨ ਲੈਂਗੁਏਜ ਨੂੰ ਪਿੱਛੇ ਰੱਖਣ ਦੀ ਬਹੁਤ ਵੱਡੀ ਸਾਜ਼ਿਸ਼ ਹੈ, ਔਰ ਇਹ ਸਾਜ਼ਿਸ਼ 'ਚ ਵਿਦੇਸ਼ੀ ਤਾਕਤਾਂ ਸ਼ਾਮਲ ਹੈ, ਔਰ ਦੂਸਰਾ ਬਿਊਰੋਕ੍ਰੇਸੀ ਸ਼ਾਮਲ ਹੈ। ਦੇਖੋ ਤੁਸੀਂ, ਮੈਂ ਕਈ ਸਟੂਡੈਂਟ ਕਹਿੰਦਾ ਤੁਸੀਂ PhD ਕਰੋ ਇੱਕ ਟੌਪਿਕ ਲੈ ਕੇ, ਪਿਛਲੇ 50 ਸਾਲ ਤੋਂ ਜਿਹੜਾ IAS ਅਫੀਸਰ ਹੈ ਉਹਦੇ ਬੇਟਾ ਹੀ IAS ਅਫੀਸਰ ਕਿਉਂ ਬਣਦਾ? 70-80% ਤੁਹਾਨੂੰ ਐਸੇ ਕੇਸ ਮਿਲ ਜਾਓਗੇ ਬਈ IAS ਦਾ ਬੇਟਾ IAS ਜੱਜ ਦਾ। ਉਹਦਾ ਕਾਰਨ ਕੀ ਹੈ ਬਾਈ? ਉਹਨਾਂ ਨੇ ਸਿਸਟਮ 'ਤੇ ਕਬਜ਼ਾ ਕਰ ਲਿਆ, ਔਰ ਸਿਸਟਮ ਅੰਗਰੇਜ਼ੀ ਨਾਲ ਚੱਲਦਾ। ਮੇਰਾ ਪੁਆਇੰਟ ਸਮਝ ਗਏ ਨਾ, ਅੰਗਰੇਜ਼ੀ ਨਾਲ ਚੱਲਦਾ। ਉਹਨਾਂ ਨੇ ਆਪਣੇ ਨਿਆਣਿਆਂ ਨੂੰ ਪ੍ਰੈਕਟਿਸ ਕਰਾਤੀ ਅੰਗਰੇਜ਼ੀ ਦੀ। ਤੁਹਾਡੇ ਕੋਲ ਨੌਲੇਜ ਆ, ਤੁਹਾਡੇ ਕੋਲ ਆਪਣੀ ਲੈਂਗੁਏਜ 'ਚ ਨੌਲੇਜ ਆ, ਅਤੇ ਇਸ ਕਰਕੇ ਇੰਡੀਅਨ ਲੈਂਗੁਏਜ ਨੂੰ ਪਿੱਛੇ ਸਿੱਟਿਆ ਜਾਵੇ। ਇਟ ਇਜ਼ ਨਾਟ ਅ ਕੁਐਸਚਨ ਆਫ ਪੰਜਾਬ ਔਰ ਕਸ਼ਮੀਰ ਔਰ ਤਮਿਲਨਾਡੂ।
ਇੰਡੀਅਨ ਲੈਂਗੁਏਜ ਨੂੰ ਪਿੱਛੇ ਸਿੱਟਿਆ ਜਾ ਰਿਹਾ, ਜਿੱਦਾਂ ਮੈਂ ਪਹਿਲਾਂ ਕਿਹਾ, ਔਰ ਮਾਹੌਲ ਇਦਾਂ ਦਾ ਬਣਾਤਾ ਗਿਆ ਬਈ ਇੰਡੀਅਨ ਲੈਂਗੁਏਜ ਦੇ ਵਿੱਚ ਹੀ ਆਪਸ ਵਿੱਚ ਲੜਾਈ ਹੋਵੇ। ਬਈ ਲੜਾਈ ਤਾਂ ਤੁਹਾਡੀ ਅੰਗਰੇਜ਼ੀ ਦੇ ਖਿਲਾਫ ਹੋਣੀ ਚਾਹੀਦੀ ਸੀਗੀ। ਮੈਂ ਵੈਸੇ ਦੇਖੋ ਆਈ ਐਮ ਨਾਟ ਅਗੇਂਸਟ ਐਨੀ ਲੈਂਗੁਏਜ, ਜੇ ਮੈਂ ਕਿਤੇ ਨੌਲੇਜ ਲੈਣੀ ਤਾਂ ਕਿਤੋਂ ਮੈਂ ਜਾ ਕੇ ਲੈ ਸਕਦਾ, ਲੇਕਿਨ ਜਿੱਥੇ ਤੱਕ ਪੂਰੇ ਦੇਸ਼ ਦਾ ਸਵਾਲ ਹੈ ਇੰਡੀਅਨ ਲੈਂਗੁਏਜ ਅੱਗੇ ਆਉਣੀ ਚਾਹੀਦੀਆਂ। ਲੇਕਿਨ ਇੱਕ ਹੋਰ ਮੈਂ ਬੜਾ ਹੈਰਾਨ, ਤੁਹਾਡੇ ਧਿਆਨ 'ਚ ਪਿਆ ਹੋਣਾ, ਜਿਨ੍ਹਾਂ ਪੋਲੀਟੀਕਲ ਪਾਰਟੀਆਂ ਨੇ ਵੀ ਰੌਲਾ ਪਾਇਆ, ਤਮਿਲਨਾਡੂ 'ਚ DMK ਦੀ ਗੌਰਮੈਂਟ ਆਈ ਇਸੀ ਇਸ਼ੂ ਤੇ ਵੀ ਅਸੀਂ ਤਮਿਲ ਲਾਗੂ ਕਰਾਂਗੇ, ਲੇਕਿਨ ਅੱਜ ਵੀ ਉੱਥੇ ਸਾਰਾ ਕੰਮ ਅੰਗਰੇਜ਼ੀ ਚੱਲਦਾ। ਔਰ ਸਾਡੇ ਪੰਜਾਬ 'ਚ ਮੇਰੇ ਖਿਆਲ 'ਚ ਅਕਾਲੀਆਂ ਦੀ ਸਰਕਾਰ ਨੂੰ 15-20 ਸਾਲ ਤਾਂ ਹੋਏ ਗਏ ਹੋਣੇ, ਕੁਝ ਚਿਰ ਪਹਿਲਾਂ ਵੀ ਰਹੇ ਫਿਰ ਰਹੇ, ਔਰ ਅੱਜ ਵੀ ਕੰਮ ਸਾਰਾ ਜਿਹੜਾ ਵੱਡਾ ਕੰਮ ਆ ਉਹ ਅੰਗਰੇਜ਼ੀ 'ਚ ਚੱਲਦਾ। ਔਰ ਜੇ ਪੰਜਾਬੀ ਟਿੱਪਣੀ ਕਿਤੇ ਲਿਖਣੀ ਵੀ ਪੈਂਦੀ ਤਾਂ ਕਲਰਕ ਨੂੰ ਕਹਿ ਦਿੰਦੇ ਪੰਜਾਬੀ ਲਿਖ, IAS ਅਫੀਸਰ ਅੰਗਰੇਜ਼ੀ 'ਚ ਯੂਜ਼ ਕਰਦਾ। ਕਾਰਨ ਇਹ ਬਾਈ ਜਿਹੜੀਆਂ ਪਾਰਟੀਆਂ ਲੈਂਗੁਏਜ ਦੇ ਨਾਂ 'ਤੇ ਵੀ ਆਈਆਂ ਉਹਨਾਂ ਨੇ ਵੀ ਅੰਗਰੇਜ਼ੀ ਨਾਲ ਲੜਾਈ ਨਹੀਂ ਲੜੀ, ਕਿਉਂਕਿ ਉਹਨਾਂ ਨੇ ਵੀ ਸਮਝੇ ਵੀ ਛਾਲ ਮਾਰ ਕੇ ਇੱਧਰ ਹੀ ਹੋ ਜਾਈਏ। ਹੁੰਦਾ ਨਾ ਕਈ ਵਾਰ ਬਾਈ ਕੰਧ ਹੈਗੀ ਆ, ਇੱਧਰ 90% ਬੰਦੇ ਆ, ਇੱਧਰ 10% ਆ, ਸਾਡੇ 90% 'ਚ ਕੋਈ ਬੰਦਾ ਕੋਸ਼ਿਸ਼ ਕਰਦਾ ਮੈਂ ਛਾਲ ਮਾਰਾਂ, ਉਹ ਛਾਲ ਮਾਰ ਕੇ ਉੱਧਰ ਚੱਲ ਜਾਂਦਾ। ਚਾਹੀਦਾ ਤੇ ਉਹਨੂੰ ਉੱਧਰ ਜਾ ਕੇ ਧੱਕਾ ਮਾਰ ਕੇ ਕੰਧ ਤੋੜੇ, ਲੇਕਿਨ ਬਦਕਿਸਮਤੀ ਸਰ ਉਹਨਾਂ ਨਾਲ ਹੀ ਰਲ ਜਾਂਦਾ ਜਾ ਕੇ, ਉਹ 90% ਨੂੰ ਫੇਰ ਛੱਡ ਜਾਂਦਾ। ਨਿਊ ਐਜੂਕੇਸ਼ਨ ਪਾਲਿਸੀ ਦੇਖੋ, ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆਏ ਉਹਦੇ 'ਚ ਬਾਰ-ਬਾਰ ਇਹ ਜ਼ੋਰ ਪਾਇਆ ਵੀ ਮਾਤਰੀ ਭਾਸ਼ਾ 'ਚ PhD ਤੱਕ ਦੀ ਸਿੱਖਿਆ ਹੋਵੇ। ਕੁਛ ਯੂਨੀਵਰਸਿਟੀਆਂ ਨੇ ਸ਼ੁਰੂ ਵੀ ਕੀਤਾ, ਪਰ ਉਹਦੇ 'ਚ ਫਿਰ ਜਦੋਂ ਉਹੀ ਕਿਹਾ ਜਿਹੜੇ ਟੀਚਰ ਬੈਠੇ ਜੇ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਫਿਜ਼ਿਕਸ ਪੰਜਾਬੀ 'ਚ ਨਹੀਂ ਪੜ੍ਹਾਈ ਜਾ ਸਕਦੀ ਜੀ, ਫਿਰ ਤੁਸੀਂ ਕੀ ਕਰ ਲਓਗੇ। ਇਸ ਕਰਕੇ ਜਿੱਥੋਂ ਬਲੋਕੇਜ ਲੱਗਾ ਬਣਾ ਜੀ, ਜਦ ਹੁੰਦਾ ਨਾ ਮੀਂਹ ਪੈਂਦਾ ਤਾਂ ਸੀਵਰੇਜ ਵਾਲੇ ਕਿਆ ਕਹਿੰਦੇ ਵੀ ਪਹਿਲੇ ਬਲੋਕੇਜ ਲੱਭੋ, ਬਲੋਕੇਜ ਦੂਰ ਕਰੋ ਤਾਂ ਹੀ ਫਲੋ ਬਣੋ। ਇਸ ਕਰਕੇ ਜਿੱਥੇ ਜਿੱਥੇ ਬਲੋਕੇਜ ਲੱਗੇ ਹੋਏ ਆ ਉਹ ਬਲੋਕੇਜ ਚੈੱਕ ਕਰਨੇ ਚਾਹੀਦੇ। ਮੈਂ ਨਹੀਂ ਕਹਿੰਦਾ ਉਹਨਾਂ ਨੂੰ ਮਾਰ ਦੇਣਾ ਚਾਹੀਦਾ, ਉਹਨਾਂ ਨੂੰ ਸਮਝਾਉਣਾ ਚਾਹੀਦਾ ਬਾਈ ਤੁਹਾਡੇ ਕਰਕੇ ਸਾਰਾ ਬੇੜਾ ਗਰਕ ਹੋ ਰਿਹਾ, ਤੁਸੀਂ ਥੋੜ੍ਹਾ ਮਾਈਂਡਸੈਟ ਬਦਲੋ, ਹੋ ਸਕਦਾ ਪਰਿਵਰਤਨ ਹੋਵੇ। ਠੀਕ ਹੈ, ਠੀਕ, ਥੈਂਕ ਯੂ ਬੇਟੇ, ਥੈਂਕ। ਸੋ ਇਹ ਸਨ ਡਾਕਟਰ ਅਗਨੀਹੋਤਰੀ ਜਿਨ੍ਹਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਖਾਸ ਕਰਕੇ ਭਾਸ਼ਾਵਾਂ ਜਿਹੜੀਆਂ ਖੇਤਰੀ ਭਾਸ਼ਾਵਾਂ ਨੇ ਉਹਨਾਂ ਦੇ ਪਤਨ ਹੋਣ ਦਾ, ਉਹਨਾਂ ਦੇ ਘਟਣ ਦਾ ਕਾਰਨ ਕੀ ਹੈਗਾ, ਤਾਂ ਬੜੀਆਂ ਬਰੀਕ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਕਿਸ ਤਰੀਕੇ ਨਾਲ ਕੀ ਕੁਝ ਹੋ ਰਿਹਾ ਹੈਗਾ। ਖਾਸ ਕਰਕੇ ਇੱਕ ਤਬਕਾ ਜਿਹੜਾ ਕਿਸ ਤਰੀਕੇ ਨਾਲ ਆਪਣਾ ਗਲਬਾ ਮਾਰ ਕੇ ਬੈਠਾ ਹੋਇਆ ਤੇ ਉਹ ਚਾਹੁੰਦਾ ਹੀ ਨਹੀਂ ਹੈਗਾ ਕਿ ਖੇਤਰੀ ਭਾਸ਼ਾਵਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਪੜ੍ਹਾਈ ਜਿਹੜੀ ਆ ਬੱਚਿਆਂ ਨੂੰ ਮਿਲੇ, ਜਾਂ ਉਹ ਜਿਹੜੀਆਂ ਖੇਤਰੀ ਭਾਸ਼ਾਵਾਂ ਨੇ ਉਹਨਾਂ ਦਾ ਪਸਾਰ ਹੋਵੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਜਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ।